ਓਟ ਪਰਾਜੀ ਤਰਿਆਰੀ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨ ਭਰਿਆ ਰੇ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਪੌੜੀ। ਨਾਮ ਤੇਰਾ ਨਿਰੰਕਾਰ ਹੈ, ਨਾਇ ਲੈ ਨਰਕ ਨਾ ਜਾਈਏ। ਜੀਉ ਪਿੰਡ ਸਭ ਤਿਸ ਦਾ, ਦੇਖਾਜੈ ਆਖ ਗਵਾਈਐ। ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨਹੁ ਨੀਚ ਸਦਾਈਐ। ਜੇ ਜਰਬਾਣਾ ਪਰ ਹਰੈ, ਜਰ ਵੇਸ ਕਰੇਂਦੀ ਆਈ। ਕੋ ਰਹਿ ਨਾ ਭਰੀਏ ਪਾਈਐ, ਕੋ ਰਹਿ ਨਾ ਭਰੀਏ ਪਾਈਐ। ਚਬਰ ਛਤਰ ਤਖਤ ਦੇ ਮਾਲਕ, ਸਰਵਰ ਕੌਨਨ ਕਰਤਾ ਸ਼ਬਦ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੀਵਾਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਗੁਰ ਪ੍ਰਸਾਦ ਦੁਆਰਾ ਪ੍ਰਾਪਤ ਹੋਇਆ ਹੈ। ਸੋ ਦਾ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਚੱਲ ਰਹੀ ਲੜੀਵਾਰ ਆਸਾ ਜੀ ਕੀ ਵਾਰ ਦੀ ਵਿਚਾਰ ਅਧੀਨ ਪੰਜਵੀਂ ਪੌੜੀ ਦਾ ਪਾਠ ਜੋ ਹੁਣੇ ਆਪ ਜੀ ਨੇ ਸਰਵਣ ਕੀਤਾ ਹੈ। ਆਸਾ ਕੀ ਵਾਰ ਦੀ ਪੰਜਵੀਂ ਪੌੜੀ। ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਦੋ ਸ਼ਲੋਕਾਂ ਦੇ ਵਿੱਚ ਰਹਿਮਤ ਕਰਦੇ ਆ, ਬਖਸ਼ਿਸ਼ ਕਰਦੇ ਆ, ਜੋ ਰਾਸ ਲੀਲਾ ਅਤੇ ਰਾਮ ਲੀਲਾ ਕੱਢ ਕੇ ਅਵਤਾਰ ਬਣਦੇ ਆ। ਕੋਈ ਰਾਜੇ ਰਾਮ ਬਣਦਾ ਹੈ, ਕੋਈ ਕਾਹਨ ਬਣਦਾ ਹੈ, ਕੋਈ ਸੀਤਾ ਬਣਦਾ ਹੈ, ਤੇ ਉਹਨਾਂ ਦੀਆਂ ਝਾਕੀਆਂ ਪੇਸ਼ ਕਰਦੇ ਨੇ ਤੇ ਫਿਰ ਦੱਸਦੇ ਨੇ ਕਿ ਪ੍ਰਮਾਤਮਾ ਵਾਹਿਗੁਰੂ ਜੀ ਦੀ ਰਾਸ ਜਿਹੜੀ ਹੈ ਉਹ ਆਪਣੇ ਆਪ ਪੈ ਰਹੀ ਹੈ। ਇਹ ਵੀ ਮਹਾਰਾਜ ਨੇ ਸ਼ਲੋਕਾਂ ਵਿੱਚ ਸਾਨੂੰ ਸਮਝਾਇਆ ਵੀ ਜਿਹੜਾ ਪ੍ਰਮਾਤਮਾ ਹੈ ਉਹਦੀ ਰਾਸ ਜਿਹੜੀ ਹੈ, ਉਹਦੇ ਨਿਰਤ ਜਿਹੜੀ ਕੁਦਰਤ ਕਰ ਰਹੀ ਹੈ, ਕੁਦਰਤ ਪ੍ਰਮਾਤਮਾ ਨੂੰ ਰਿਝਾ ਰਹੀ ਹੈ। ਉਹਦੇ ਰੋਟੀਆਂ ਕਾਰਨ ਪੂਰੇ ਤਾਲ ਨੇ, ਆਪ ਪਿਛਾੜੇ ਧਰਤੀ ਦਾ ਉਹਨਾਂ ਦਾ ਕੰਮ ਹੈ, ਉਹਨਾਂ ਦੀ ਜੋਬ ਹੈ ਕਿ ਜਿਵੇਂ ਐਕਟਿੰਗ ਕਰਕੇ ਰੱਬ ਦੇ ਨਾਂ ਦੇ ਉੱਤੇ ਲੋਕਾਂ ਨੂੰ ਝਾਕੀਆਂ ਪੇਸ਼ ਕਰਨੀਆਂ ਤੇ ਟਿਕਟ ਰੱਖਣੀ ਵੱਡੇ ਸਮਾਗਮਾਂ ਦੇ ਵਿੱਚ ਵੀ। ਵੱਡੀ ਰਾਮਲੀਲਾ ਜਿੱਥੇ ਪ੍ਰੋਫੈਸ਼ਨਲ ਜਿਹੜੇ ਐਕਟਰ ਨੇ ਉਹ ਐਕਟਿੰਗ ਕਰਦੇ ਨੇ। ਅੱਜ ਤੱਕ ਉਸ ਐਕਟਰ ਨੇ ਜਿਸ ਨੇ ਰਾਮ ਚੰਦਰ ਦੀ ਐਕਟਿੰਗ ਕੀਤੀ ਸੀ, ਉਹ ਕਹਿੰਦਾ ਲੋਕ ਮੈਨੂੰ ਅੱਜ ਤੱਕ ਮੱਥਾ ਟੇਕਦੇ ਆ ਵੀ ਹੈ ਤੇ ਮੈਂ ਐਕਟਰ ਹੀ ਆ, ਮੈਂ ਕਿਹੜਾ ਰਾਮਚੰਦਰ ਆ। ਤਾਂ ਲੋਕਾਂ ਦੀ ਨਿਗਾਹ ਦੇ ਵਿੱਚ ਉਹ ਰੱਬ ਬਣ ਜਾਂਦਾ ਹੈ ਜਿਹੜਾ ਐਕਟਿੰਗ ਕਰਦਾ ਹੈ। ਪਰਮਾਤਮਾ ਫਿਰ ਹੈ ਕੀ ਆ? ਜਿਗਿਆਸੂ ਦਾ ਪ੍ਰਸ਼ਨ ਸੀ, ਪਰਮਾਤਮਾ ਕਿਹੋ ਜਿਹਾ ਹੈ, ਕਿਵੇਂ ਉਹ
ਦਿਖੇਗਾ ਕਿ ਉਹ ਉਸ ਬਾਰੇ ਸਾਨੂੰ ਚਾਨਣਾ ਪਾਓ, ਉਹਦੇ ਬਾਰੇ ਸਮਝਣ ਦਾ ਯਤਨ ਕਰੀਏ। ਗੁਰੂ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ ਹੈ। ਹੁਣ ਪੌੜੀ ਦੇ ਵਿੱਚ ਤੱਤ ਭਾਵ ਦੇ ਵਿੱਚ ਮਹਾਰਾਜ ਦੱਸ ਰਹੇ ਨੇ ਪ੍ਰਮਾਤਮਾ ਬਾਰੇ। ਆਓ ਇਸ ਪਾਵਨ ਪੌੜੀ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਰਸਨਾ ਨੂੰ ਕਰੀਏ ਪਵਿੱਤਰ। ਮਨੋਮਿਰਤੀ ਇਕਾਗਰ ਕਰਦਿਆਂ ਪ੍ਰੇਮ ਸਤਿਕਾਰ ਤੇ ਭਾਵਨਾ ਨਾਲ ਗੁਰੂ ਜੀ ਦੇ ਹਜ਼ੂਰ ਲਾਓ ਹਾਜ਼ਰੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਪੌੜੀ। ਨਾਉ ਤੇਰਾ ਨਿਰੰਕਾਰ ਹੈ, ਨਾਇ ਲੈ ਨਰਕ ਨ ਜਾਈਏ। ਸਭ ਤੋਂ ਵੱਡਾ ਬੰਦੇ ਦੇ ਮਨ ਦੇ ਵਿੱਚ ਡਰ ਹੈ ਵੀ ਮੈਂ ਨਰਕਾਂ ਨੂੰ ਨਾ ਜਾਵਾਂ, ਤੇ ਲਾਲਚ ਹੈ ਵੀ ਮੈਨੂੰ ਸਵਰਗ ਮਿਲੇ। ਧਰਮ ਦੀ ਦੁਨੀਆ ਦੇ ਵਿੱਚ ਦੋ ਤਰੀਕਿਆਂ ਦੇ ਨਾਲ ਲੋਕੀ ਜਿਹੜੇ ਪ੍ਰਮਾਤਮਾ ਨੂੰ, ਰੱਬ ਨੂੰ ਮੰਨਦੇ ਆ, ਇੱਕ ਲਾਲਚ ਤੇ ਇੱਕ ਡਰ। ਡਰ ਹੈ ਨਰਕਾਂ ਦਾ, ਲਾਲਚ ਹੈ ਸਵਰਗਾਂ ਦਾ। ਪਰ ਇੱਥੇ ਕਿਹੜੇ ਨਰਕ ਦੀ ਗੱਲ ਹੈ? ਮਹਾਰਾਜ ਕਹਿੰਦੇ ਹੈ ਪਰਮੇਸ਼ਰ ਦਾ ਨਾਮ ਕੀ ਹੈ? ਨਾਉ ਤੇਰਾ ਨਿਰੰਕਾਰ ਹੈ। ਨਿਰੰਕਾਰ ਮੀਨਜ ਜਿਸ ਦਾ ਕੋਈ ਆਕਾਰ ਨਹੀਂ, ਨਿਰ ਆਕਾਰ। ਜਦੋਂ ਇਹ ਸ਼ਬਦ ਨੂੰ ਸਾਨੂੰ ਪਤਾ ਨਾ ਲੱਗੇ, ਕੋਈ ਸ਼ਬਦ ਬਾਰੇ ਸਾਨੂੰ ਸਮਝ ਨਾ ਲੱਗੇ, ਉਹਨੂੰ ਸੰਧੀ ਛੇਦ ਕਰ ਲੈਣਾ ਚਾਹੀਦਾ ਹੈ, ਸ਼ਬਦਾਂ ਨੂੰ ਨਿਖੇੜ ਲੈਣਾ ਚਾਹੀਦਾ ਹੈ। ਵਿਦਵਾਨ ਲੋਕ ਕੀ ਕਰਦੇ ਹੈ, ਵੱਡਾ ਸ਼ਬਦ ਹੁੰਦਾ ਉਹ ਸ਼ਬਦਾਂ ਨੂੰ ਸੰਧੀ ਛੇਦ ਕਰ ਲੈਂਦੇ, ਭਾਵ ਦੋ ਹਿੱਸੇ ਕਰ ਲੈਂਦੇ। ਵਿਦਵਾਨਾਂ ਨੇ ਅਰਥ ਕੀਤੇ ਨਿਰੰਕਾਰ ਦੇ ਨਿਰ ਮੈਨੇ ਨਹੀਂ, ਆਕਾਰ। ਆਕਾਰ ਮੈਨੇ ਵਜੂਦ, ਜਿਸ ਦਾ ਕੋਈ ਵਜੂਦ ਹੀ ਨਹੀਂ ਹੈ। ਨਿਰੰਕਾਰ ਦਾ ਮਤਲਬ ਇਹ ਹੈ ਅੱਖਾਂ ਨਾਲ ਪਰਮਾਤਮਾ ਨੂੰ ਵੇਖਿਆ ਹੀ ਨਹੀਂ ਜਾ ਸਕਦਾ, ਕਿਉਂਕਿ ਜਿਹੜਾ ਆਕਾਰ ਹੀ ਨਹੀਂ ਜਿਹਦਾ, ਤੇ ਉਹਨੂੰ ਅੱਖਾਂ ਨਾਲ ਕਿਵੇਂ ਦੇਖ ਸਕਦੇ ਆ? ਚੱਕਰ ਚਿਹਨ ਔਰ ਵਰਨ ਜਾਤ ਔਰ ਪਾਤ ਨਹਿਨ ਜੇ, रूप रंग और रेख भेख को कह ना सकत के। तो कह नहीं सकता ਉਹਦੇ ਬਾਰੇ ਵਿੱਚ ਚੱਕਰ ਚਿਹਨ ਕਹਿ ਜੇ ਨਾ, ਉਹਦੀ ਜਾਤ ਹੈ। ਵਚਨ ਪੜ੍ਹਦੇ ਆ ਨਾ, ਚੱਕਰ ਚਿਹਨ ਔਰ ਵਰਨ ਜਾਤ ਔਰ ਪਾਤ ਨਹਿਨ ਜੇ। परमात्मा ਦਾ ਕੋਈ ਚੱਕਰ ਚਿਹਨ ਨਹੀਂ। रूप रंग और रेख भेख को कह ना सकत के, अचल मूर्त अनुभव प्रकाश अमतोज कहजै, कोट इंद्र इंद्रान शाह सहान गणिजै। त्रै पवन महीप सुर नाल असुर, नेत नेत बण तन कहत, तब सर्व नाम कथे कवन, कर्म नाम वर्णत सुमत। ਉਹਦੇ ਕੀਤੇ ਕਰਮਾਂ ਕਰਕੇ ਲੋਕ ਉਸ ਪ੍ਰਮਾਤਮਾ ਨੂੰ ਜਾਣਦੇ ਆ, ਉਹਦੇ ਨਾਮ ਪੈ ਗਏ। ਜੇ ਪ੍ਰਮਾਤਮਾ ਦੁਨੀਆ ਦੀ ਪ੍ਰਤਪਾਲਣਾ ਕਰਦਾ ਹੈ ਤੇ ਉਹਦਾ ਨਾਮ ਪੈ ਗਿਆ ਗੋਪਾਲ, ਪਾਲਣ ਵਾਲਾ। ਜੇ ਉਹ ਪ੍ਰਭੂ ਪ੍ਰਮਾਤਮਾ ਭਗਤਾਂ ਦੀ ਰੱਖਿਆ ਕਰਦਾ, ਉਹਦਾ ਨਾਮ ਪੈ ਗਿਆ ਭਗਤ ਵਸ਼ਲ। ਜੇ ਗਰੀਬਾਂ ਨੂੰ ਸ਼ਰਨ ਆਇਆ ਨੂੰ ਪ੍ਰਮਾਤਮਾ ਦਿਲਾਸਾ ਦਿੰਦਾ ਹੈ, ਉਹਨਾਂ ਦੀਆਂ ਝੋਲੀਆਂ ਭਰਦਾ ਹੈ, ਤੇ ਉਹਦਾ ਨਾਮ ਪੈ ਗਿਆ ਦੀਨ ਦਿਆਲ। ਇਸ ਤਰ੍ਹਾਂ ਰੱਬ ਦੇ ਨਾਂ ਨੇ। ਪਰ ਜਦੋਂ ਕੋਈ ਰੱਬ ਨੂੰ ਚੇਤੇ ਕਰਦਾ ਹੈ, ਭਾਵੇਂ ਉਹ ਰਾਮ ਕਵੇ ਸਨਾਤਨ ਧਰਮ ਦੇ ਵਿੱਚ, ਇਸਲਾਮ ਧਰਮ ਦੇ ਵਿੱਚ ਭਾਵੇਂ ਕੋਈ ਅੱਲਾ ਕਹੇ, ਰੱਬ ਪ੍ਰਮਾਤਮਾ ਜੀ ਨੂੰ ਭਾਵੇਂ ਅਸਾਈਆਂ ਵਾਂਗ ਗੋਡ ਕਹੇ, ਤੇ ਭਾਵੇਂ ਅਫਰੀਕਾ ਵਾਲਿਆਂ ਵਾਂਗ ਮੂੰਗੂ ਕਹੇ, ਮੂੰਗੂ। ਉਹ ਇਸ ਤਰ੍ਹਾਂ ਕਹਿੰਦੇ ਪ੍ਰਮਾਤਮਾ। ਗਿਆਨੀ ਨੂੰ ਕਹਿੰਦੇ ਮਲੀਮੋ। ਉਹ ਆਪੋ ਆਪਣੀ ਭਾਸ਼ਾ ਨੂੰ ਕਿੱਥੇ ਵੀ ਆਪਾਂ ਜਾਂਦੇ ਹਾਂ, ਆਪੋ ਆਪਣੀ ਭਾਸ਼ਾ ਨਾਲ ਰੱਬ ਨੂੰ ਚੇਤੇ ਕਰਦੇ। ਰੱਬ ਦੇ ਨਾਮ ਵੱਖੋ ਵੱਖਰੇ ਨੇ ਪਰਮਾਤਮਾ ਦੇ, ਪਰ ਉਹ ਹੈ ਇੱਕ ਹੀ ਹੈ। ਨਾਮ ਵੱਖਰੇ ਵੱਖਰੇ ਹੈ। ਜਿਵੇਂ ਹੁਣ ਪਾਣੀ ਹੈ, ਕੋਈ ਆਪਾਂ ਪਾਣੀ ਕਹਿ ਦਿੰਦੇ ਹਾਂ, ਹਿੰਦੀ 'ਚ ਪਾਣੀ ਕਹਿ ਦਿੰਦੇ ਆ, ਆਪਾਂ ਨਾਣੇ ਨਾਲ ਕਹਿੰਦੇ ਪਾਣੀ, ਇੰਗਲਿਸ਼ ਵਾਟਰ ਕਹਿ ਦਿੰਦੇ ਆ।
ਤੇ ਸੁਹੇਲੀ ਲੈਂਗੁਏਜ ਮਾਝੀ ਕਹਿ ਦਿੰਦੇ ਆ। ਅਫਰੀਕਾ ਦੀ ਸੁਹੇਲੀ ਲੈਂਗੁਏਜ ਆ, ਉਹਦੇ ਵਿੱਚ ਮਾਝੀ ਕਹਿੰਦੇ ਆ ਪਾਣੀ ਦੇ ਨਾਮ ਵੱਖੋ ਵੱਖਰੇ। ਉਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਵੱਖੋ ਵੱਖਰੇ ਹੋ ਸਕਦੇ ਆ, ਪਰ ਉਹ ਹੈ ਇੱਕ। ਨਾਮ ਤੇਰਾ ਨਿਰੰਕਾਰ ਹੈ, ਪਰ ਉਹ ਹੈ ਆਕਾਰ ਤੋਂ ਰਹਿਤ। ਕੋਈ ਮਰਜ਼ੀ ਉਹਦਾ ਨਾਂ ਲਏ, ਨਾਂ ਮੈਟਰ ਨਹੀਂ ਕਰਦਾ, ਪਰ ਅੰਦਰੋਂ ਨਾਂ ਲੈਣਾ, ਅੰਦਰੋਂ ਪਰਮੇਸ਼ਰ ਦੇ ਨਾਲ ਜੁੜਨਾ, ਇਹ ਗੱਲ ਹੈ। ਨਾਏ ਲਏ ਨਰਕ ਨਾ ਜਾਈਏ। ਨਰਕਾਂ ਵਰਗੀ ਜ਼ਿੰਦਗੀ ਕਿਹੜੀ ਹੈ ਜੀ? ਟੋਡੀ ਰਾਗ ਦੇ ਵਿੱਚ ਮਹਾਰਾਜ ਕਹਿੰਦੇ, ਹਰ ਬਿਸਰਤ ਸਦਾ ਖੁਆਰੀ। ਹਰੀ ਨਾਲੋਂ ਵਿਸਰ ਕੇ ਬੰਦਾ ਜ਼ਿੰਦਗੀ 'ਚ ਖੁਆਰ ਹੁੰਦਾ, ਦੁਖੀ ਹੁੰਦਾ ਹੈ। ਨਾਲ ਹੀ ਕਹਿੰਦੇ ਆ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਜਿਹਨੂੰ ਮਾਲਕ ਜੀ ਤੇਰੇ ਤੇ ਓਟਾ ਆਸਰਾ ਹੈ, ਉਹਨੂੰ ਧੋਖਾ ਨਹੀਂ ਦਿਆ। ਮਾਇਆ ਵੱਲੋਂ, ਮਾਇਆ ਦੇ ਅਧੀਨ ਸੀ, ਮਾਇਆ ਦੀ ਬਿਰਤੀ ਹੈ ਸਾਡੀ, ਮਾਇਆ ਦੌਲਤ ਨਹੀਂ। ਉਹ ਚੀਜ਼ ਜਿਹੜੀ ਰੱਬ ਪ੍ਰਮਾਤਮਾ ਦੇ ਨਾਲੋਂ ਸਾਡੀ ਸੁਰਤ ਨੂੰ ਜੋੜਦੀ, ਉਹ ਮਾਇਆ ਹੈ। ਦਿਨ ਸਿਮਰਨ ਜੋ ਜੀਵਨ ਬਲਨ। ਸਿਮਰਨ ਕੀ ਹੈ? ਹੁਣ ਇੱਥੇ ਸਾਡੇ ਕਨਫਿਊਜ਼ ਆ ਸੀ ਵੀ ਕੋਈ ਕਹਿੰਦਾ ਜੀ ਸਵੇਰੇ ਉੱਠ ਕੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਵਾਹ, ਇਸ ਤਰ੍ਹਾਂ ਪਹਿਲਾਂ ਅੰਦਰ ਸਵਾਸ ਕਰਨੇ, ਫਿਰ ਗੁਰੂ ਰੂ ਵਾਹ ਗੁਰੂ, ਇਸ ਤਰ੍ਹਾਂ ਕਹਿਣਾ ਹੈ ਵੀ ਵਾਹ ਅੰਦਰ ਨੂੰ, ਫਿਰ ਜਿਹੜੇ ਸਵਾਸ ਕੱਢਣੇ ਉਹਨੂੰ ਗੁਰੂ ਰੂ ਕਹਿਣਾ, ਵਾਹ ਗੁਰੂ ਇਸ ਤਰ੍ਹਾਂ ਕਹਿਣਾ ਹੈ। ਕੋਈ ਕਹਿੰਦਾ ਜੀ ਨਹੀਂ ਸਿੱਧਾ ਹੀ ਵਾਹਿਗੁਰੂ ਕਹਿਣਾ। ਅੱਡ ਅੱਡ ਸਾਡੇ ਵਿੱਚ ਅੱਡ ਅੱਡ ਤਰ੍ਹਾਂ ਦੀਆਂ ਬਿਰਤੀਆਂ। ਕੋਈ ਕਹਿੰਦਾ ਜੀ ਇਉਂ ਜਪੋ, ਕੋਈ ਕਹਿੰਦਾ ਜੀ ਇਉਂ ਜਪੋ, ਇਸ ਤਰ੍ਹਾਂ ਜਪਣਾ ਚਾਹੀਦਾ ਹੈ। ਪਰ ਇੱਥੇ ਜਪਣਾ ਮੈਟਰ ਨਹੀਂ ਕਰਦਾ ਵੀ ਕਿਸ ਢੰਗ ਨਾਲ ਹੈ, ਕਿਸ ਢੰਗ ਨਾਲ ਜਪਣਾ ਹੈ। ਹੁਣ ਭਗਤ ਧਰੂ ਜੀ ਹੈ, ਭਗਤ ਪ੍ਰਹਿਲਾਦ ਜੀ ਹੈ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਗੱਲ ਇਹ ਆ ਵੀ ਉਹਨਾਂ ਨੂੰ ਭਰੋਸਾ ਕਿੰਨਾ ਹੈ, ਬੱਚੇ ਨੇ, ਭਰੋਸਾ ਕਿੰਨਾ। ਗੱਲ ਭਰੋਸੇ ਦੇ ਨਾਲ ਰੱਬ ਨੂੰ ਚੇਤੇ ਕਰਨਾ ਵੀ ਤੂੰ ਹੀ ਹੈ ਬਸ। ਇੱਥੇ ਸਾਡੇ ਕੀ ਕਰਦੇ ਆ, ਗੁਰੂ ਸਾਹਿਬ ਜੀ ਨੂੰ ਵੀ ਮੱਥਾ ਟੇਕ ਲਿਆ, ਜਾ ਕੇ ਮੰਦਿਰ 'ਚ ਵੀ ਮੱਥਾ ਟੇਕ ਲਿਆ, ਜਾ ਕੇ ਬਾਬੇ ਦੇ ਕੋਲੇ ਵੀ ਮੱਥਾ ਟੇਕ ਲਿਆ, ਬਾਬਾ ਜੀ ਸਾਨੂੰ ਕੋਈ ਉਪਾਅ ਦੱਸੋ, ਕੋਈ ਤਬੀਤ ਦਿਓ, ਕੋਈ ਹੱਥ ਦੇਖੋ। ਤੇ ਜੇ ਅਸੀਂ ਦਿਖਾਉਂਦੇ ਆ ਹੱਥ, ਉਪਾਅ ਕਰਾਉਣਾ ਚਾਹੁੰਦੇ ਤਾਂ ਕਲਾਸੀਫਾਈਡ ਇਸ਼ਤਿਹਾਰ ਜਿਹੜੇ ਅਖਬਾਰ ਨੂੰ ਭਰੇ ਪਏ ਆ, ਉਹ ਕੈਨੇਡਾ ਵਰਗੇ ਮੁਲਕ 'ਚ। ਜਦੋਂ ਮੈਂ ਟੋਰਾਂਟੋ ਆਇਆ ਨਾ ਪਹਿਲੀ ਵਾਰ, ਉੱਥੇ ਦੇਖਿਆ ਦੁਕਾਨ ਬਣੀ ਮਾਲ ਦੇ ਵਿੱਚ, ਹੱਥ ਦੇਖਣ ਵਾਲਿਆਂ ਦੀ ਦੁਕਾਨ। ਮੈਂ ਹੈਰਾਨ ਹੋਇਆ ਵੀ ਇੱਥੇ ਤੇ ਕਰੀਮ ਪੜ੍ਹੇ ਲਿਖੇ ਲੋਕ ਆਉਂਦੇ ਆ, ਤੇ ਇੱਥੇ ਫੇਰ ਸਾਡੇ ਵਾਲੇ ਹੁਣ ਉਹਨਾਂ ਨੇ ਦੁਕਾਨਾਂ ਭਲਾਈਆਂ ਜੇ ਦੇਖਣੇ ਤਾਂ ਵੀ ਡਿਮਾਂਡ ਵਧੀਆ ਨਾ ਹੱਥ ਵਾਲਿਆਂ ਦੀ, ਫਿਰ ਅਗਲੇ ਦੁਕਾਨ ਖੋਲ੍ਹਣੀ ਪਈ। ਪਰਮੇਸ਼ਰ ਪ੍ਰਮਾਤਮਾ ਦਾ ਨਾਮ ਲੈਣਾ ਹੈ ਅੰਦਰੋਂ ਜੁੜ ਕੇ। ਨਾਮ ਕੀ ਹੈ? ਵਿਦਵਾਨਾਂ ਨੇ ਅਰਥ ਕੀਤੇ ਹੈ, ਕਹਿੰਦੇ ਜਦੋਂ ਕੋਈ ਰੱਬ ਨਾਲ ਜੁੜ ਜਾਂਦਾ ਹੈ, ਪ੍ਰਭੂ ਦੇ ਨਾਲ ਜੁੜ ਜਾਂਦਾ ਹੈ, ਉਹ ਸ਼ਬਦ ਮੈਟਰ ਨਹੀਂ ਕਰਦੇ ਜੋ ਸ਼ਬਦ ਕਿਉਂ ਜੇ ਬੋਲਿਆ ਹੈ, ਉਹਦੇ ਅੰਦਰੋਂ ਮਾਣ ਨਿਕਲ ਜਾਂਦਾ ਹੈ। ਜਿੱਥੇ ਮਾਣ ਨਾ ਹੋਵੇ ਉੱਥੇ ਨਾਮ ਟਿਕਦਾ ਹੈ। ਜਿੱਥੇ ਮਾਣ ਹੈ ਉੱਥੇ ਨਾਮ ਨਹੀਂ। ਮੰਮੇ ਕੰਨਾ ਤੇ ਨੰਨਾ ਮਾਣ ਹੈ, ਤੇ ਜਦੋਂ ਉਲਟ ਕਰਦਾ ਨੰਨੇ ਕੰਨਾ ਤੇ ਮੰਮਾ, ਜਿੱਥੇ ਨਾਮ ਆ ਗਿਆ ਉੱਥੇ ਮਾਣ ਖਤਮ ਹੋ ਗਿਆ। ਜਿੱਥੇ ਮਾਣ ਹੈ ਉੱਥੇ ਨਾਮ ਨਹੀਂ। ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਬਰ ਗਲੇ, ਮਾਨ ਸਭੇ ਕੋ ਖਾਏ। ਹੰਕਾਰ ਦੇ ਨਾਲ ਮੇਰੇ ਵਰਗਾ ਵੀ ਕਹਿੰਦਾ ਵੀ ਪਾਠੀ ਮੈਂ ਬਹੁਤ ਵਧੀਆ, ਗਿਆਨੀ ਮੈਂ ਬਹੁਤ ਵਧੀਆ, ਬੰਦੇ ਨੂੰ ਮਾਣ ਹੈ ਨਾ, ਹੰਕਾਰ ਹੋ ਜਾਂਦਾ। ਹਰੇਕ ਪ੍ਰੋਫੈਸ਼ਨਲ ਦੇ ਵਿੱਚ ਬੰਦਾ ਕਹੇਗਾ ਜੀ ਫਲਾਨਾ ਸਤਵੰਤ ਸਿੰਘ ਜੀ ਬਹੁਤ ਵੱਡੇ ਸੰਗੀਤਕਾਰ, ਬੰਦੇ ਨੂੰ ਹਉਮੈ ਆ ਗਈ ਹਉਮੈ। ਮੈਨੂੰ ਕਿਹਾ ਜੀ ਗਿਆਨੀ ਜੀ ਬਹੁਤ ਵਧੀਆ, ਕਿਆ ਬਾਤ, ਬੰਦਾ ਅੰਦਰੋਂ ਮਾਣ ਨਾਲ ਭਰ ਗਿਆ। ਪਰ ਇਹ ਜਦੋਂ ਮਾਣ ਨਿਕਲ ਗਿਆ, ਉਹਨੂੰ ਕੁਝ ਮਰਜ਼ੀ ਕਹੀ ਜਾਓ, ਜਦੋਂ ਨਾਮ ਟਿਕ ਗਿਆ। ਨਹੀਂ ਤੇ ਮਾਣ ਜਿਹੜਾ ਵੱਡੇ ਵੱਡੇ ਮਾਣ ਮੁਨੀ ਮੁਨਵਰ ਗਲੇ ਗਲ ਗਏ, ਮਾਣ ਕਰਕੇ, ਹੰਕਾਰ ਕਰਕੇ। ਅਖੀਰਲਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਨਹੀਂ ਛੱਡਦਾ ਹੰਕਾਰ।
ਮਾਨ ਮੁਨੀ ਮੁਨਵਰ ਗਲੇ ਮਾਨ ਸਭੇ ਕੋ ਖਾਏ। ਕਹਿੰਦੇ ਜਦੋਂ ਰੱਬ ਪਰਮੇਸ਼ਰ ਜੀ ਦੇ ਨਾਲ ਕੋਈ ਜੁੜਿਆ ਤੇ ਜੁੜਨਾ ਸੀ ਪ੍ਰਮਾਤਮਾ ਨਾਲ, ਉਹਦਾ ਨਾਮ ਲੈਣਾ ਸੀ। ਮਹਾਰਾਜ ਕਹਿੰਦੇ ਐ ਨਾਏ ਲੈ ਨਰਕ ਨਾ ਜਾਈਏ। ਨਰਕ ਕਿਹੜੇ ਵਿੱਚ ਨਹੀਂ ਜਾਇਆ ਜਾਂਦਾ? ਭੈੜੀ ਸੰਗਤ ਜਦੋਂ ਨਾਮ ਹਿਰਦੇ 'ਚ ਟਿਕ ਗਿਆ, ਜਿਹੜੀ ਨਰਕਾਂ ਵਰਗੀ ਦਲਦਲ ਦੇ ਵਿੱਚ ਲੈ ਜਾਂਦੀ ਹੈ। ਮਾੜੀ ਸੰਗਤ, ਕਲੱਬਾਂ ਪੱਬਾਂ ਦੇ ਵਿੱਚ ਜਾਣਾ, ਗਲਤ ਸੰਗਤ ਦੇ ਵਿੱਚ ਪੈ ਕੇ ਗਲਤ ਖਾਣ ਪੀਣ ਹੋ ਜਾਣਾ। ਤੁਸੀਂ ਦੇਖੋ ਹੋਮਲੈਸ ਜਿਹੜੇ ਉੱਥੇ ਪਏ ਐ, ਸਰੀ ਸੈਂਟਰਲ ਦੇਖ ਲਓ, ਡਾਊਨ ਟਾਊਨ ਦੇਖ ਲਓ, ਕਿੰਨਾ ਬੁਰਾ ਹਾਲ ਹੈ। ਨਰਕਾਂ ਵਰਗੀ ਜ਼ਿੰਦਗੀ ਦੇਖ ਕੇ ਬੰਦਾ ਕਹਿੰਦੇ ਤੂੰ ਹੋਰ ਕੈਸਾ ਨਰਕ ਹੈ। ਕੋਈ ਪਹਿਨਣ ਦੀ ਸੁੱਧ ਨਹੀਂ, ਕੋਈ ਖਾਣ ਦੀ ਸੁੱਧ ਨਹੀਂ ਹੈ। परमात्मा के नालों टुट के बिन सिमरन जो जीवन बलना सर्प जैसे अरजारी नव खंडन को राज कमावे अंत चले गुहारी गुण निधान गुण तिन ही गाए जां को कृपा धारी। कहो नानक सो सुखिया, कहते वो सुखिया है सो सुखिया धन उस जन्मा नानक तिस बलिहारी। सो सुखिया धन उस जन्म, ओदा जन्म भी धन है। नानक तिस बलिहारी, गुरु अर्जन साहब कहते मैं उन्होंने तो कुर्बान जाना। नाए ले नरक ना जाइए, नरकां वर्गी जिंदगी बतीत नहीं करते। प्रभु दे नालों टुट जाना नरक है, मालक दे चरनां नाल जुड़ जाना सुरत करके वो स्वर्ग है। अगे महाराज सच्चे पातशाह बख्शिश करते कहने नाम तेरा निरंकार है। निरंकार आकार तो रहत परमात्मा वेखण का विषय नहीं। दस कंगीर पीर ने गुरु नानक साहब जी ने सवाल किया, कहते रब है जिहड़ा तुसीं कहने रब दिखदा क्यों नहीं? वो कहते दुध लै गया, दुध मंगा लिया, कहते इहदे विच की है? वो बोलिया नहीं, वो कहते दुध है। महाराज कहते इहदे विच मक्खण भी है, इहदे विच मठियाइयां भी ने, इहदे विच दही भी है। वो कहता जी हाँ, ये तो फिर जदों आपां जाग लावांगे, पहलां दुध गर्म करांगे, जाग लावांगे, दही बनावांगे, उहनूं रिड़कांगे, रिड़ के मक्खण निकलेगा, मक्खण तो फिर घिओ बनदा है, घिओ तो मठियाइयां भी बन जांदियां, कुछ मर्जी पकवान बना लो घिओ तो, ते दुध तो दही भी बन जाता है। ये तो ऐ फिर महाराज कहते बस ये बनाउणा ही है। परमात्मा संसार दे विच है निरंकार, संसार दे विच समाया होया है, पर ਉਹਨੂੰ परमात्मा ਨੂੰ समझण वास्ते उद्यम करना पैंदा है। उद्यम करिंदियां जीओ तूं कमाउंदियां सुख पुंच, ध्याइंदियां तूं प्रभु मिल, नानक उतरी चिंत। उस परमेश्वर का नाम लैण दे नाल नरकां वर्गी जिंदगी जीव बतीत नहीं करदी। नाम तेरा निरंकार है, नाए ले नरक ना जाइए। ना लेना सी गुरु तेग बहादुर साहब सच्चे पातशाह जी महाराज कहते, पर असी ना लिया नहीं संसार ते आके। पहला सलोक है